ਹਾਲਾਂਕਿ ਖਹਿਰਾ ਦਾ 7 ਦਿਨੀ ਰਿਮਾਂਡ ਪਹਿਲਾਂ ਹਾਸਲ ਕੀਤਾ ਸੀ। ਔਰ ਇੱਥੇ ਇਹ ਦੱਸ ਦਈਏ ਕਿ ਜਿਸ ਹਿਸਾਬ ਦੇ ਨਾਲ ਇਹ ਮਾਮਲਾ ਪੂਰਾ ਪੱਕਿਆ ਹੋਇਆ ਹੈ ਤਾਂ ਉੱਥੇ ਹੀ ਸੁਖਪਾਲ ਖਹਿਰਾ ਦੇ ਪਰਿਵਾਰ ਦੀ ਗੱਲ ਕਰ ਲਈ ਜਾਵੇ, ਯਾਨੀ ਕਿ ਉਹਨਾਂ ਦੇ ਬੇਟੇ ਦੀ ਗੱਲ ਕੀਤੀ ਜਾਏ ਤਾਂ ਉਹਨਾਂ ਸਿੱਧਾ ਕਿਹਾ ਹੈ ਕਿ ਇੱਕ ਤਰ੍ਹਾਂ ਦੇ ਨਾਲ ਇਨਵੈਸਟੀਗੇਸ਼ਨ ਉਸ ਪੱਧਰ ਤੇ ਨਹੀਂ ਹੋ ਪਾ ਰਹੀ, ਜਾਂ ਫਿਰ ਕਹਿ ਲਿਆ ਜਾਏ ਕਿ ਜੋ ਪਹਿਲਾਂ ਪੁੱਛ ਪੜਤਾਲ ਕੀਤੀ ਗਈ ਹੈ ਉਸਦਾ ਇੱਕ ਤਰ੍ਹਾਂ ਦੇ ਨਾਲ ਉਹ ਵਤੀਰਾ ਸਹੀ ਨਹੀਂ ਸੀ, ਜਾਂ ਫਿਰ ਕਹਿ ਲਿਆ ਜਾਏ ਕਿ ਉਹ ਤਰੀਕਾ ਸਹੀ ਨਹੀਂ ਸੀ। ਤਾਂ ਮਹਿਤਾਬ ਖਹਿਰਾ ਦੇ ਵੱਲੋਂ ਇਹ ਸਾਰੀਆਂ ਗੱਲਾਂ ਨੂੰ ਸਪਸ਼ਟ ਕੀਤਾ ਗਿਆ। ਲਿਵਿੰਗ ਇੰਡੀਆ ਨਿਊਜ਼ ਦੇ ਨਾਲ ਖਾਸ ਗੱਲਬਾਤ ਵੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ। ਤਾਂ ਉੱਥੇ ਹੀ ਗੱਲ ਕੀਤੀ ਜਾਵੇ, ਈਡੀ ਦੇ ਵੱਲੋਂ ਸ਼ਿਕੰਜਾ ਕੱਸਿਆ ਗਿਆ ਹੈ ਸੁਖਪਾਲ ਖਹਿਰਾ ਤੇ। ਤਾਂ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸ਼ਿਕੰਜੇ ਦੇ ਵਿੱਚ ਸੁਖਪਾਲ ਖਹਿਰਾ ਇੱਥੇ ਫਸੇ ਗਏ ਨੇ। ਤਾਂ ਇਹ ਐਕਸਕਲੂਸਿਵ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ। ਦੱਸਦੀ ਕਿ ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਤਾਂ ਹਵਾਲਾ ਮਾਮਲੇ ਦੇ ਵਿੱਚ ਸੁਖਪਾਲ ਖਹਿਰਾ ਦੀ ਪੇਸ਼ੀ ਹੈ। ਦੱਸਦੀ ਕਿ ਮੋਹਾਲੀ ਦੀ ਸਪੈਸ਼ਲ ਕੋਰਟ ਦੇ ਵਿੱਚ ਉਹਨਾਂ ਦੀ ਪੇਸ਼ੀ ਹੈ। ਤਾਂ ਈਡੀ ਨੇ ਖਹਿਰਾ ਦਾ 7 ਦਿਨੀ ਰਿਮਾਂਡ ਪਹਿਲਾਂ ਹਾਸਲ ਕੀਤਾ ਸੀ। ਤਾਂ ਗੰਭੀਰ ਇਲਜ਼ਾਮ ਉਹਨਾਂ ਤੇ ਲੱਗੇ ਹੋਏ ਨੇ ਈਡੀ ਦੇ ਵੱਲੋਂ। ਹੁਣ ਜਿੱਥੇ ਕਿ ਅੱਜ ਜਾਂ ਤਾਂ ਰਿਮਾਂਡ ਮੰਗਿਆ ਜਾਏਗਾ ਅਦਾਲਤ, ਜਾਂ ਤਾਂ ਰਿਮਾਂਡ ਦੇਗੀ ਜਾਂ ਫਿਰ ਜ਼ਮਾਨਤ। ਪਰ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਦੋਵਾਂ ਦੇ ਵਿੱਚੋਂ ਕੀ ਕੁਝ ਨਿਕਲ ਕੇ ਸਾਹਮਣੇ ਆਏਗਾ। ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਅੱਜ ਮੋਹਾਲੀ ਦੀ ਸਪੈਸ਼ਲ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਗੱਲਬਾਤ ਕਰ ਲੈਣੇ ਮਹਿਤਾਬ ਖਹਿਰਾ ਜੀ ਸਾਡੇ ਨਾਲ ਮੌਜੂਦ ਨੇ। ਖਹਿਰਾ ਸਾਹਿਬ, ਅੱਜ ਸੁਖਪਾਲ ਖਹਿਰਾ ਜੀ ਨੂੰ ਪੇਸ਼ ਕੀਤਾ ਜਾਵੇਗਾ। ਈਡੀ ਵੱਲੋਂ ਲਿਆਂਦਾ ਜਾ ਰਿਹਾ 7 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ। ਅੱਜ ਦੇ ਸਾਰ ਕੀ ਲੱਗ ਰਿਹਾ, ਰਿਮਾਂਡ ਜਾਂ ਜ਼ਮਾਨਤ? ਦੇਖੋ, ਇਹ ਤਾਂ ਮੇਰੇ ਵਾਸਤੇ ਕਹਿਣ ਵਾਸਤੇ ਨਹੀਂ ਹੈ। ਜੋ ਕੋਰਟ ਦੀ ਕਾਰਵਾਈ ਹੈ ਉਹ ਤਾਂ ਕੋਰਟ ਕਰੂਗਾ, ਉਹਨਾਂ ਦੇ ਵਕੀਲ ਕਰਨਗੇ। ਅਸੀਂ ਇੱਥੇ ਤੱਕ ਦੱਸ ਸਕਦੇ ਹਾਂ ਕਿ ਅਸੀਂ ਉਹਨਾਂ ਦੇ ਨਾਲ ਹੈ ਜੀ। ਇਸ ਦੇਸ਼ ਵਿੱਚ ਸੱਚ ਬੋਲਣ ਦਾ ਨਤੀਜਾ ਮਿਲਿਆ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ। ਅੱਜ ਬੇਲ ਹੋਵੇ, ਰਿਮਾਂਡ ਹੋਵੇ, ਉਹਦੇ ਨਾਲ ਫਰਕ ਨਹੀਂ ਪੈਂਦਾ। ਤੁਸੀਂ ਇੱਕ ਇਨਸਾਨ ਦੇ ਸਰੀਰ ਨੂੰ ਸ਼ਾਇਦ ਜੇਲ੍ਹ 'ਚ ਰੱਖ ਸਕਦੇ ਹੋ, ਉਸ ਸੋਚ ਨੂੰ ਨਹੀਂ ਰੋਕ ਸਕਦੇ। ਜੇ ਸੋਚ ਨਾਲ ਇਹ ਸਾਰੇ ਸਾਡੇ ਪਿਆਰ ਕਰਨ ਵਾਲੇ, ਸਾਡੇ ਚਾਹਣ ਵਾਲੇ, ਮੇਰੇ ਅੰਕਲ, ਮੇਰੇ ਫਾਦਰ ਦੇ ਬੈਸਟ ਫਰੈਂਡਸ ਜੋ ਕਹਿੰਦੇ ਨੇ, ਉਹ ਸਾਡਾ ਸਾਥ ਦੇਣ ਆਏ ਆ। ਅੰਦਰ ਕੋਰਟ ਕੀ ਨਤੀਜਾ ਕਰਦਾ ਉਹ ਕੋਰਟ ਦੇ ਅੰਦਰ ਹੈ, ਕੋਰਟ ਦੇ ਤੇ ਵਕੀਲਾਂ ਦੇ ਵਿਚਕਾਰ। ਜਾਣਕਾਰੀਆਂ ਆ ਰਹੀਆਂ ਸੀ ਕਿ ਸੁਖਪਾਲ ਸਿੰਘ ਖਹਿਰਾ ਜੀ ਸਹਿਯੋਗ ਦੇ ਰਹੇ ਨੇ ਪੂਰਾ, ਕਿਉਂਕਿ ਪਹਿਲੇ ਦਿਨ ਵੀ ਜੋ ਜਾਣਕਾਰੀ ਆਈ ਸੀ ਕਿ ਸਹਿਯੋਗ ਦਿੱਤਾ ਗਿਆ, ਜਵਾਬ ਦਿੱਤੇ ਗਏ, ਪਰ ਫਿਰ ਵੀ ਈਡੀ ਵੱਲੋਂ ਰਿਮਾਂਡ ਕਿਉਂ ਮੰਗਿਆ? ਜੋ ਸਹਿਯੋਗ ਦੀ ਤੁਸੀਂ ਗੱਲ ਕਰਦੇ ਹੋ ਜੀ, ਉਹ ਤਾਂ ਅਸੀਂ 9 ਮਾਰਚ 2021 ਤੋਂ ਸਹਿਯੋਗ ਦੇ ਰਹੇ ਨੇ। ਜਿੱਦਣ ਇਹਨਾਂ ਨੇ ਸਾਡੇ ਘਰ ਰੇਡ ਮਾਰੀ, ਅਸੀਂ ਤਾਂ ਆਪਣਾ ਘਰ ਖੋਲ ਕੇ ਦਿੱਤਾ ਉਹਨਾਂ ਨੂੰ ਕਿ ਆਓ ਛਾਪੇ ਮਾਰੋ, ਲੱਭ ਕੇ ਦਿਖਾਓ ਜੇ ਕੁਝ ਲੱਭਦਾ। ਈਡੀ ਨੇ ਜਿਸ ਦਿਨ ਸਾਡੇ ਘਰ ਰੇਡ ਹੋਈ, ਸਾਡੇ ਤੋਂ ਕੋਈ ਬਰਾਮਦਗੀ ਨਹੀਂ ਹੋਈ। ਕੋਈ ਪੈਸਾ, ਕੋਈ ਗੋਲਡ, ਕੋਈ ਨਸ਼ਾ, ਕੋਈ ਐਸੀ XYZ ਕੁਝ ਵੀ ਨਹੀਂ ਲੱਭਿਆ ਗਿਆ। ਅਗਲੇ 8 ਮਹੀਨਿਆਂ 'ਚ ਉਹਨਾਂ ਨੇ ਸਾਨੂੰ ਕਈ ਵਾਰ ਦਿੱਲੀ ਬੁਲਾਇਆ, ਸਾਨੂੰ ਸਮਨ ਕੀਤਾ, ਅਸੀਂ ਉੱਥੇ ਪੇਸ਼ ਹੋਵੇ। ਮੈਨੂੰ ਸਮਨ ਕੀਤਾ, ਮੈਂ ਪੇਸ਼ ਹੋਇਆ। ਮੇਰੀ ਮਦਰ ਨੂੰ ਸਮਨ ਕੀਤਾ, ਅਸੀਂ ਪੇਸ਼ ਹੋਏ। ਮੇਰੀ ਸਿਸਟਰ ਨੂੰ ਸਮਨ ਕੀਤਾ, ਅਸੀਂ ਪੇਸ਼ ਹੋਏ। ਸਾਡੇ ਤੋਂ ਰਿਕਾਰਡ ਮੰਗਿਆ, ਪਿਛਲੇ 10 ਸਾਲਾਂ ਦਾ ਬੈਂਕਾਂ ਦਾ ਰਿਕਾਰਡ ਮੰਗਿਆ, ਅਸੀਂ ਦਿੱਤਾ। ਕੱਲੀ ਤਰੀਕ ਤੇ ਪੇਸ਼ ਹੋਣ ਵਾਲੇ ਮੇਰੇ ਫਾਦਰ ਦੇ ਅੱਗੇ ਜਿਸ ਦਿਨ ਕੋਰਟ ਦੇ ਰਿਮਾਂਡ ਮੰਗੀ, ਕਹਿੰਦੇ ਕਿ ਨੌਨ ਕੋਆਪਰੇਟ ਕਰਦੇ ਨੇ। 10 ਤਰੀਕ ਨੂੰ ਮੈਂ ਤੁਹਾਨੂੰ ਹੁਣੇ ਦੱਸਿਆ, 10 ਤਰੀਕ ਦਾ ਸਮਨ ਸੀ। 10 ਤਰੀਕ ਨੂੰ ਮੇਰੇ ਫਾਦਰ ਚੰਡੀਗੜ੍ਹ ਵਿੱਚ ਪੇਸ਼ ਹੋਏ। 11 ਤਰੀਕ ਦਾ ਸਮਨ ਨਹੀਂ ਸੀ ਜਿਸ ਦਿਨ ਅਰੈਸਟ ਹੋਏ। 10 ਤਰੀਕ ਨੂੰ ਸਮਨ ਸੀ, 11 ਤਰੀਕ ਨੂੰ ਆਪਣੇ ਮਰਜ਼ੀ ਨਾਲ ਉੱਠ ਕੇ ਗਏ। ਮੈਂ ਛੱਡ ਕੇ ਆਇਆ ਨੂੰ 18 ਸੈਕਟਰ ਦੇ ਦਫ਼ਤਰ ਵਿੱਚ। ਸੋ ਇਹ ਸਹਿਯੋਗ ਦੀ ਗੱਲ ਜੋ ਹੈ ਬਿਲਕੁਲ ਕੋਰਟਾਂ ਕਚਹਿਰੀਆਂ ਨੂੰ ਸੁਣਾਉਣ ਵਾਸਤੇ ਹੈ, ਅਸਲੀਅਤ ਨਹੀਂ ਹੈ, ਸੱਚ ਨਹੀਂ ਹੈ। ਅਸਲੀਅਤ ਕੀ ਹੈ ਫਿਰ? ਕਿਉਂਕਿ ਤੁਸੀਂ ਕਹਿ ਰਹੇ ਹੋ 11 ਤਰੀਕ ਨੂੰ ਸਮਨ ਨਹੀਂ ਸੀ, ਸਹਿਯੋਗ ਦਿੱਤਾ ਗਿਆ, ਪਰ ਫਿਰ ਵੀ ਗ੍ਰਿਫਤਾਰੀ ਹੋਈ, ਰਿਮਾਂਡ ਹੋਇਆ। ਕਾਰਨ ਕੀ ਲੱਗਦਾ? ਕਾਰਨ ਦੇਖੋ ਜੀ, ਇਹ ਸੱਚ ਬੋਲਣ ਦਾ ਨਤੀਜਾ ਹੈ। ਇਸ ਸਿਸਟਮ ਵਿੱਚ, ਇਸ ਦੁਨੀਆ ਵਿੱਚ, ਇਸ ਦੇਸ਼ ਵਿੱਚ ਜੇ ਤੁਸੀਂ ਸੱਚ ਬੋਲੋਗੇ, ਆਪਣੇ ਲੋਕਾਂ ਦੇ ਹੱਕਾਂ ਦੇ ਹਕੂਕਾਂ ਦੀ ਗੱਲ ਕਰੋਗੇ, ਤੁਹਾਨੂੰ ਇਹ ਵਤੀਰਾ ਤੁਹਾਨੂੰ ਦੇਖਣਾ ਪਊਗਾ। ਔਰ ਇਹ ਅੱਜ ਦਾ ਨਹੀਂ ਹੋ ਰਿਹਾ। ਪੰਜਾਬ ਦੇ ਲੀਡਰਾਂ ਨੂੰ ਜਾਂ ਪੰਜਾਬ ਦੇ ਲੋਕਾਂ ਨਾਲ ਤਾਂ ਇਹ ਸ਼ਾਇਦ ਕਈ 100 ਸਾਲਾਂ ਤੋਂ ਹੋ ਰਿਹਾ। ਅਫਸੋਸ ਮੈਨੂੰ ਇਹ ਹੈ ਕਿ ਅੱਜ ਦੇ 2021 ਚ ਖੜੇ ਆਪਾਂ, ਸੋਸ਼ਲ ਮੀਡੀਆ ਹੈ, ਕੈਮਰਾਜ਼ ਹੈ, ਤੁਸੀਂ ਸਾਰੇ ਹੋ, ਮੀਡੀਆ ਹੈ, ਲੇਕਿਨ ਅੱਜ ਵੀ ਜੇ ਕਿਸੇ ਨੂੰ ਡਰਾ ਧਮਕਾ ਕੇ ਉਹਨਾਂ ਨੂੰ ਲੱਗਦਾ ਹੈ, ਤੁਸੀਂ ਇੱਕ ਇਨਸਾਨ ਨੂੰ ਬੰਦ ਕਰ ਸਕਦੇ ਹੋ, ਇੱਕ ਸਰੀਰ ਨੂੰ ਜੇਲ੍ਹ 'ਚ ਬੰਦ ਕਰ ਸਕਦੇ ਹੋ, ਸੋਚ ਨੂੰ ਨਹੀਂ ਬੰਦ ਕਰ ਸਕਦੇ। ਅਸਲੀਅਤ ਲੱਗਦੀ ਹੈ ਕਿ ਸਿਆਸਤ ਤੋਂ ਪ੍ਰੇਰਿਤ ਹੋ ਸਕਦਾ ਮਾਮਲਾ? 1,00,000% ਸਰ, 1,00,000% ਨਹੀਂ, 1,00,000% ਸਿਆਸੀ ਬਦਲਾਖੋਰੀ ਹੈ। ਮੇਰੇ ਫਾਦਰ ਨੇ ਇਸ਼ੂਜ਼ ਕਈ ਸਾਰੇ ਚੱਕੇ ਨੇ। ਜੇ ਮੈਂ ਹੁਣ ਇੱਥੇ ਸ਼ੁਰੂ ਗਿਣਾਉਣ ਲੱਗ ਗਿਆ ਤਾਂ ਸ਼ਾਇਦ ਆਪਾਂ ਇੱਥੇ ਹੀ ਖੜੇ ਰਵਾਂਗੇ, ਉਧਰ ਹੀਅਰਿੰਗ ਖਤਮ ਹੋ ਜਾਊਗੀ। ਪਿਛਲੇ 3-4 ਗੱਲਾਂ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ। ਤੁਸੀਂ ਮੀਡੀਆ ਹੋ, ਤੁਸੀਂ ਸਾਰੇ ਕਵਰ ਵੀ ਕਰਦੇ ਰਹੇ ਹੋ ਮੇਰੇ ਫਾਦਰ ਨੂੰ। ਆਪਾਂ ਚੱਲਦੇ ਹਾਂ ਥੋੜਾ ਪਿੱਛੇ। ਯੂਆਪਾ ਜਦ ਕਾਲੇ ਕਾਨੂੰਨ, ਜਦ ਪੰਜਾਬ ਦੇ ਸਿੱਖਾਂ ਦੇ, ਪੰਜਾਬ ਦੇ ਨੌਜਵਾਨਾਂ ਨੂੰ ਜੇਲ੍ਹਾਂ 'ਚ ਪਾਇਆ ਜਾ ਰਿਹਾ ਸੀ, ਤਾੜਿਆ ਜਾ ਰਿਹਾ ਸੀ ਬਿਨਾਂ ਕਾਨੂੰਨੀ ਕਾਰਵਾਈ ਤੇ। ਯੂਆਪਾ ਦਾ ਕਾਨੂੰਨ ਕਾਲਾ ਕਾਨੂੰਨ ਹੈ। ਕਿਉਂ? ਕਿਉਂਕਿ ਅੱਜ ਜਿੱਦਾਂ ਕੇਸ ਵਿੱਚ ਜਦ ਕੋਈ ਗ੍ਰਿਫਤਾਰੀ ਹੁੰਦੀ ਹੈ, ਉਸ ਤੋਂ ਬਾਅਦ ਉਹਨਾਂ ਨੂੰ
ਜੱਜ ਦੇ ਅੱਗੇ ਪੇਸ਼ ਕੀਤਾ ਜਾਂਦਾ। ਯੂਆਪਾ ਦਾ ਕਾਨੂੰਨ ਵਿੱਚ ਐਸੀ ਕੋਈ ਕਾਰਵਾਈ ਨਹੀਂ ਹੁੰਦੀ। 6-6 8-8 ਮਹੀਨੇ ਸਾਲ ਤੱਕ ਪੰਜਾਬ ਦੇ ਨੌਜਵਾਨ ਜੇਲ੍ਹ 'ਚ ਪਏ ਰਹਿੰਦੇ ਨੇ, ਉਹਨਾਂ ਦੀ ਕੋਈ ਵਕੀਲ ਨੂੰ ਮਿਲਣ ਦਾ ਮੌਕਾ, ਕੋਈ ਜੱਜ ਦੇ ਅੱਗੇ ਪੇਸ਼ ਕਰਨ ਦਾ ਮੌਕਾ ਨਹੀਂ ਮਿਲਦਾ। ਸੋ ਐਸੇ ਇਸ਼ੂਜ਼ ਚੁਕਵਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਜੇਲ੍ਹਾਂ 'ਚੋਂ ਕਢਵਾਇਆ। ਬਿਲਕੁਲ ਜੀ, ਸਾਡੇ ਹਲਕੇ ਤੋਂ ਆਹ ਦੇਖੋ ਜੀ, ਇਹਨਾਂ ਨੂੰ ਜੇਲ੍ਹ ਤੋਂ ਕਢਵਾਇਆ। ਅੱਜ ਇਹ ਐਵੀਡੈਂਸ ਹੈ ਸਾਡਾ ਕੋਰਟ ਦੇ ਅੰਦਰ। ਠੀਕ ਹੈ, ਕੋਈ ਕਾਗਜ਼ੀ ਕਾਰਵਾਈ ਕੁਝ ਹੁੰਦੀ ਹੈ, ਮੈਂ ਵਕੀਲ ਹਾਂ, ਮੈਂ ਸਭ ਕੁਝ ਜਾਣਦਾ, ਲੇਕਿਨ ਉਸ ਪਰਮਾਤਮਾ ਦੇ ਅੱਗੇ ਆਹ ਐਵੀਡੈਂਸ, ਸਬੂਤ। ਜੋਗਿੰਦਰ ਸਿੰਘ ਅੱਜ ਕੋਰਟ ਦੇ ਵਿੱਚ ਜੋ ਪੇਸ਼ੀ ਹੋਊਗੀ, ਸਟਰੋਂਗ ਪੱਖ ਰੱਖਿਆ ਜਾਊਗਾ। ਈਡੀ ਵੱਲੋਂ ਵੀ ਜਿਹੜੀ ਕਿ ਜੋ ਜਾਣਕਾਰੀ ਆ ਰਹੀ ਹੈ, ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਤੁਹਾਡੇ ਵੱਲੋਂ ਵੀ ਇੱਕ ਸਟਰੋਂਗ ਪੱਖ ਜਿਹੜਾ ਕਿ ਰੱਖਿਆ ਜਾਵੇਗਾ ਜਾਂ ਕਿ ਜ਼ਮਾਨਤ ਮਿਲ ਸਕੇ, ਕਿਉਂਕਿ ਤੁਸੀਂ ਇੱਕ ਵਕੀਲ ਦੇ ਤੌਰ ਤੇ ਵੀ ਜਿਹੜਾ ਕਿ ਕੇਸ ਦੇ ਅੱਗੇ ਮੈਂ ਕਹਿ ਸਕਦਾ ਅਗਵਾਈ ਕਰ ਰਹੇ। ਕਿਹੜਾ ਪੱਖ ਹੈ ਜਿਹੜਾ ਕਿ ਤੁਸੀਂ ਹੁਣ ਅੰਦਰ ਜਾਓਗੇ, ਕਿਹੜਾ ਪੱਖ ਲੈ? ਦੇਖੋ, ਸਿੰਪਲ ਜੀ ਗੱਲ ਹੈ, ਜਿਹੜੇ ਵੀ ਇਲਜ਼ਾਮ ਲਾਏ ਨੇ ਨਾ ਸਾਡੇ ਤੇ, ਉਹ ਬੇਬੁਨਿਆਦ ਨੇ ਸਰ। ਇਹ ਸਮਝਣਾ ਪੈਣਾ ਆਪਾਂ ਨੂੰ। ਇੱਕ ਕੋਰਟ ਦੀ ਕਚਹਿਰੀ ਦਾ ਜੋ ਪ੍ਰੋਸੀਜਰ ਹੁੰਦਾ, ਦੋ ਤਰੀਕੇ ਦਾ ਹੁੰਦਾ। ਪਹਿਲੇ ਹੁੰਦਾ ਟ੍ਰਾਇਲ ਤੋਂ ਪਹਿਲੇ, ਜੋ ਪੁਲਿਸ ਜਾਂ ਹੁਣ ਬਿਕੋਜ਼ ਈਡੀ ਪੁਲਿਸ ਦਾ ਕੰਮ ਕਰ ਰਹੀ ਹੈ, ਉਹ ਹੁੰਦਾ ਇਨਵੈਸਟੀਗੇਟਿਵ ਸਟੇਜ। ਮਤਲਬ ਤੁਸੀਂ ਆਪਣਾ ਰਿਕਾਰਡ ਇਕੱਠਾ ਕਰਨਾ, ਸਾਰਾ ਕੁਝ ਇਕੱਠਾ ਕਰਨਾ। ਠੀਕ ਹੈ, ਜਦ ਆਪਣਾ ਰਿਕਾਰਡ ਕਰ ਰਹੇ ਹੋ, ਰਿਮਾਂਡ ਲੈ ਲਿਆ ਤੁਸੀਂ, ਕੋਈ ਗੱਲ ਨਹੀਂ। ਜਿੱਦਣ ਇਹ ਗੱਲ ਕੋਰਟ ਵਿੱਚ ਗਈ, ਜਿੱਦਣ ਸਾਨੂੰ ਮੌਕਾ ਮਿਲਿਆ ਕੋਰਟ ਵਿੱਚ ਕੱਲੀ ਗੱਲ ਦਾ ਜਵਾਬ ਦੇਣ ਦਾ, ਕੁਝ ਘੰਟਿਆਂ ਦੇ ਅੰਦਰ ਇਹ ਸਾਬਿਤ ਹੋ ਜਾਊਗਾ ਕਿ ਸੁਖਪਾਲ ਸਿੰਘ ਖਹਿਰਾ ਬੇਗੁਨਾਹ ਨੇ ਤੇ ਪੋਲੀਟੀਕਲ ਵੈਂਡੇਟਾ ਦੇ ਕਰਕੇ ਇਹਨਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ। ਸਵਾਲ ਭੁੱਖ ਹੜਤਾਲ ਕੀਤੀ ਗਈ ਸੀਗੀ, ਭੁੱਖ ਹੜਤਾਲ ਹਜੇ ਵੀ ਚੱਲ ਰਹੀ ਜਾਂ ਨਹੀਂ? ਨਹੀਂ, ਉਸ ਭੁੱਖ ਹੜਤਾਲ ਦੇ ਬਾਰੇ ਬਿਕੋਜ਼ ਮੈਂ ਪਿੰਡ ਚਲੇ ਗਿਆ ਸੀ ਔਰ ਉਸ ਤੋਂ ਬਾਅਦ ਮੇਰੇ ਪਿੱਛੇ ਕੋਈ ਕਾਰਵਾਈ ਕਰਨ ਵਾਲਾ ਨਹੀਂ ਸੀ। ਈਡੀ ਦੇ ਸੀਨੀਅਰ ਆਫੀਸਰਸ ਨੇ ਵਿੱਚ ਪੈ ਕੇ ਉਹ ਮਾਮਲਾ ਸੋਲਵ ਕਰ ਲਿਆ ਸੀ। ਮੇਰੀ ਸਿਸਟਰ ਨੇ ਉਹਨਾਂ ਨੂੰ ਜਾ ਕੇ ਜੇਲ੍ਹ 'ਚ ਖਾਣਾ ਖਵਾਇਆ ਸੀ। ਥੈਂਕ ਯੂ। ਤਾਂ ਅੱਜ ਜਿਹੜਾ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਜਿਹੜਾ ਕਿ ਪੇਸ਼ ਕੀਤਾ ਜਾਵੇਗਾ, ਮੋਹਾਲੀ ਦੀ ਸਪੈਸ਼ਲ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਵੇਖਣਾ ਹੋਵੇਗਾ ਕਿ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ ਜਾਂ ਰਿਮਾਂਡ ਲਿਆ ਜਾਂਦਾ ਈਡੀ ਵੱਲੋਂ। ਹਾਲਾਂਕਿ ਇਹ ਜੇਕਰ ਉਹਨਾਂ ਦੀ ਅਗਵਾਈ ਕਰ ਰਹੇ ਨੇ ਜੋ ਉਹਨਾਂ ਦੇ ਬੇਟੇ ਨੇ ਮਹਿਤਾਬ ਖਹਿਰਾ, ਉਹਨਾਂ ਵੱਲੋਂ ਜੋ ਇੱਕ ਸਟਰੋਂਗ ਪੱਖ ਹੈ ਜਿਹੜਾ ਕਿ ਕੋਰਟ ਦੇ ਵਿੱਚ ਰੱਖਿਆ ਜਾਵੇ। ਨੇ ਦੁਸ਼ਮਣ ਵੀ ਉਹਦੇ ਸਿਆਸੀ ਹੁੰਦੇ ਨੇ ਜਿਹੜੇ ਆਦਮੀ 'ਚ ਜਾਨ ਆ। ਜਿਹੜਾ ਮੁਰਦਾ ਵਾ ਉਹਦਾ ਕੋਈ ਦੁਸ਼ਮਣ ਨਹੀਂਗਾ। ਸੋ ਇਸ ਕਰਕੇ ਮੈਨੂੰ ਫਖਰ ਆ ਕਿ ਮੈਂ ਆਪਣੇ ਸੂਬੇ ਦੇ ਲੋਕਾਂ ਲਈ ਲੜਦਾ, ਕਿਸਾਨਾਂ ਲਈ, ਔਰ ਹਰ ਗੱਲ ਬੇਇਨਸਾਫੀ ਦੀ ਮੈਂ ਡਟ ਕੇ ਲੜਾਈ ਲੜੀ ਆ। ਇਹ ਜਿਹੜੇ ਮੇਰੇ ਖਿਲਾਫ ਇਲਜ਼ਾਮ ਤੇ ਮੁਕੱਦਮੇ, ਇਹ ਮੇਰੀ ਸਿਹਤ ਤੇ ਕੋਈ ਅਸਰ ਨਹੀਂਗਾ। ਅਗਰ ਇਹ ਸਮਝਦੇ ਕਿ ਮੇਰਾ ਮਨੋਬਲ ਡੇਗ ਸਕਣਗੇ, ਦੇ ਆਰ 100% ਰੋਂਗ। ਅਸੀਂ ਅਲਟੀਮੇਟ ਜਿਹੜੀ ਜਿੱਤ ਹੈ ਨਾ, ਉਹ ਸੱਚ ਦੀ ਹੋਵੇਗੀ। ਇਹ ਜਿਹੜੀ ਸ਼ਰਾਰਤ ਰਚੀਗੀ ਨਾ ਮੇਰੇ ਖਿਲਾਫ, ਮੈਂ ਸਹੀ ਸਮੇਂ ਤੇ ਆਣ ਕੇ ਉਹਦਾ ਪਰਦਾਫਾਸ਼ ਕਰੂੰਗਾ। ਇਹ ਪੋਲੀਟੀਕਲ ਕਨਸਪੀਰੇਸੀ ਹੋਈ ਆ। ਬੀਜੇਪੀ ਤਾਂ ਮੇਰੇ ਖਿਲਾਫ ਸੀਗੀ। ਸਾਡੇ ਆਸਤੀਨ ਦੇ ਸਾਂਪ, ਸਾਡੇ ਆਪਣੀ ਕਾਂਗਰਸ ਦੀ ਬੁੱਕਲ ਵਿੱਚ ਬਹਿ ਕੇ ਜਿਹੜਾ ਮੇਰੇ ਖਿਲਾਫ ਕਰ ਰਹੇ ਨੇ, ਆਉਣ ਵਾਲੇ ਸਮੇਂ ਤੇ ਮੈਂ ਉਹਨਾਂ ਨੂੰ ਬੇਨਕਾਬ ਕਰੂੰਗਾ ਔਰ ਮੇਰੀ ਲੜਾਈ ਸੱਚ ਦੇ ਵਾਸਤੇ ਜਾਰੀ ਰਹੇਗੀ। ਔਰ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਕੂੜ ਨਖੁੱਟੇ ਨਾਨਕਾ ਉੜਕ ਸੱਚ ਰਹੇ। Truth can be suppressed. It cannot be overpowered. I will fight to the last breath of mine. I will continue to fight for justice in this country. I will continue to fight any kind of oppression. ਜਿਤਨਾ ਚਾਹੇ ਉਹ ਲੱਖ ਮੈਨੂੰ ਵਿਕਟਮਾਈਜ਼ ਕਰ ਲੈਣ, ਮੇਰਾ ਮਨੋਬਲ ਵਾਹਿਗੁਰੂ ਦੀ ਕਿਰਪਾ ਦੇ ਨਾਲ 100% ਬੁਲੰਦ ਹੈ। ਦੇਖੋ, ਉਹਨਾਂ ਨੇ ਮੇਰਾ ਕੜਾ ਲਵਾਉਣ ਦੀ ਕੋਸ਼ਿਸ਼ ਕੀਤੀ ਸੀਗੀ। ਮੈਂ ਕਿਹਾ ਜੇ ਜਾਨ ਹੈ ਤੇ ਲਾ ਦਿਓ। ਇਸ ਕਰਕੇ ਉਹਨਾਂ ਤੋਂ ਲੱਥਾ ਨਹੀਂ। ਦੂਸਰਾ ਕਿ ਇੱਕ ਮਿੰਟ, ਜਿਹੜੇ ਗਰਾਊਂਡਸ ਆਫ ਅਰੈਸਟ ਲੈ ਨਾ, ਸਾਨੂੰ ਦਿੱਤੇ ਨਹੀਂਗੇ ਕਿਸੇ ਨੇ ਅੱਜ ਤੱਕ, ਸਿਰਫ ਦਿਖਾਏ ਨੇ। ਤੁਸੀਂ ਦੇਖੋ ਕਿੱਡੀ ਗੈਰ ਕਾਨੂੰਨੀ ਗੱਲ ਹੈਗੀ ਆ ਕਿ ਤੁਹਾਨੂੰ ਗ੍ਰਿਫਤਾਰ ਕਰ ਰਹੇ ਨੇ, ਤੁਹਾਨੂੰ ਦੱਸ ਵੀ ਨਹੀਂ ਰਹੇ ਕਦ ਲਈ ਗ੍ਰਿਫਤਾਰ ਕੀਤਾ ਜਾ ਰਿਹਾ। ਮੇਰੇ ਵਕੀਲ ਕੋ ਕੋਈ ਜਿਹੜੀ ECIR ਰਜਿਸਟਰ ਕੀਤੀ ਆ ਈਡੀ ਨੇ, ਉਹਦੀ ਕਾਪੀ ਨਹੀਂ ਦਿੱਤੀ, ਗਰਾਊਂਡਸ ਆਫ ਅਰੈਸਟ ਨਹੀਂ ਦਿੱਤੇ, ਸਿਰਫ ਪੜਾਏ। ਉਹਦੇ ਚ ਇੱਕ ਗੱਲ ਮੈਨੂੰ ਨਜ਼ਰ ਆ ਰਹੀ ਸੀਗੀ ਕਿ ਜੀ ਇੱਕ ਮਿੰਟ ਮੇਰੇ ਖਿਲਾਫ ਆ ਰਹੀ ਸੀ ਜੀ ਕਿ ਜੀ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਨਾਮ ਤੇ ਬਾਹਰੋਂ ਪੈਸੇ ਇਕੱਠੇ ਕੀਤੇ। ਮੈਂ ਤੁਹਾਡੇ ਸਾਹਮਣੇ ਕਹਿ ਰਿਹਾ ਕਿ ਮੇਰਾ ਟੂਰ ਆਮ ਆਦਮੀ ਪਾਰਟੀ ਵੱਲੋਂ ਸਪਾਂਸਰਡ ਸੀਗਾ, ਉਹਨਾਂ ਦੀ ਆਰਗੇਨਾਈਜੇਸ਼ਨ ਨੇ ਸਪਾਂਸਰ ਕੀਤਾ। ਮੈਂ 16 ਸ਼ਹਿਰਾਂ ਦਾ ਟੂਰ ਕੀਤਾ, ਉਹਦੇ ਪੋਸਟਰ ਜਾਰੀ ਕੀਤੇ। ਉਹਨਾਂ ਦੇ ਆਮ ਆਦਮੀ ਪਾਰਟੀ ਆਫੀਸ਼ੀਅਲ ਜਿਹੜਾ ਪੇਜ ਆ USA ਦਾ, ਉਹਦੇ ਵੈਰੀਫਾਈਡ 1.5 ਲੱਖ ਫਾਲੋਅਰਸ ਆ, ਉਹਦੇ ਤੇ ਮੇਰੇ ਪੋਸਟਰ ਸ਼ੇਅਰ ਕੀਤੇ, ਟੇਬਲ ਲੱਗਦੇ ਸੀ। ਉਹਨਾਂ ਦੇ ਵੋਲੰਟੀਅਰ ਪੈਸੇ ਇਕੱਠੇ ਕਰਦੇ ਸੀਗੇ। ਉਹ ਸਾਰਾ ਪੈਸਾ ਕੇਜਰੀਵਾਲ ਨੂੰ ਗਿਆ ਵਾ ਤੇ ਬੇਬੁਨਿਆਦ ਮੇਰੇ ਤੇ ਇਲਜ਼ਾਮ ਲਾ ਕੇ, ਇਦਾਂ ਦੇ ਝੂਠੇ ਮਨ ਘੜਤ ਇਲਜ਼ਾਮ ਲਾ ਕੇ, ਔਰ ਜਿਹੜਾ ਮੇਰਾ ਸ਼ਡਿਊਲਡ ਅਫੈਂਸ ਲਿਆ ਇਹਨਾਂ ਨੇ ਫਾਜ਼ਿਲਕਾ ਦਾ, ਉਹਦੇ ਚ ਮੇਰਾ FIR ਵਿੱਚ ਨਾਮ ਨਹੀਂਗਾ, ਮੇਰਾ ਚਲਾਨ ਵਿੱਚ ਨਾਮ ਨਹੀਂਗਾ, ਮੇਰਾ ਸਾਰੀ ਟ੍ਰਾਇਲ ਉਹ ਬੰਦਿਆਂ ਨੂੰ ਸਜ਼ਾ ਹੋਈ, ਕਿਸੇ ਵਿਟਨੈਸ ਨੇ ਮੇਰਾ ਨਾਮ ਨਹੀਂ ਲਿਆ, ਮੇਰੇ ਤੋਂ ਕੋਈ ਰਿਕਵਰੀ ਨਹੀਂ ਗਈ।
ਉਸੇ ਹੀ ਸ਼ਡਿਊਲਡ ਅਫੈਂਸ ਨੂੰ ਬਣਾ ਕੇ ਮੇਰੇ ਖਿਲਾਫ ਜੋ ਕਾਰਵਾਈ ਕੀਤੀ ਔਰ ਸਭ ਤੋਂ ਵੱਡੀ ਗੱਲ ਕਿ ਸੁਪਰੀਮ ਕੋਰਟ ਨੇ ਐਨਡੀਪੀਐਸ ਦਾ ਫਾਜ਼ਿਲਕਾ ਦਾ ਕੇਸ ਸਟੇ ਕੀਤਾ ਹੋਇਆ। ਇਹਦੇ ਨਾਲੋਂ ਜ਼ਿਆਦਾ ਅਨਿਆਏ ਤੇ ਹਨੇਰਗਰਦੀ ਇਸ ਦੇਸ਼ ਵਿੱਚ ਨਹੀਂ ਹੋ ਸਕਦੀ। ਮੈਨੂੰ ਦੁੱਖ ਇਸ ਗੱਲ ਦਾ ਥੋੜਾ ਜਿਹਾ ਕਿ ਮੇਰੀ ਪਾਰਟੀ ਨੇ ਘੱਟ ਸਾਥ ਦਿੱਤਾ। ਤਾਂ ਤੁਸੀਂ ਦੇਖ ਸਕਦੇ ਹੋ ਸੁਖਪਾਲ ਸਿੰਘ ਖਹਿਰਾ ਹੋਰਾਂ ਵੱਲੋਂ ਜਿਹੜਾ ਕਿਹਾ ਗਿਆ ਕਿ ਉਹਨਾਂ ਦੇ ਖਿਲਾਫ ਬੇਬੁਨਿਆਦੀ ਦੋਸ਼ ਲਗਾਏ ਜਾ ਰਹੇ ਨੇ। ਤੁਹਾਨੂੰ ਤਸਵੀਰ ਤੁਮਾਲੀ ਕੋਰਟ ਦੇ ਵਿੱਚ ਪਹੁੰਚੇ ਸੁਖਪਾਲ ਸਿੰਘ ਖਹਿਰਾ ਬੇਬਾਕੀ ਦੇ